बहुत ही सत्कारयोग सारे ही पत्रकार साहिबान ਜਿਹੜੇ ਸਾਡੇ ਬਹੁਤ ਹੀ ਘੱਟ ਸਮੇਂ ਦੇ ਸੱਦੇ ਤੇ ਵੱਡੀ ਗਿਣਤੀ 'ਚ ਪਹੁੰਚੇ, ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਇਹ ਪ੍ਰੈਸ ਕਾਨਫਰੰਸ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਲੀਗਲ ਪੈਨਲ ਜੇਲ੍ਹਾਂ ਦੇ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਲਈ, ਉਹਨਾਂ ਦੇ ਝੂਠੇ ਮੁਕੱਦਮੇ ਦੇ ਖਿਲਾਫ ਔਰ ਰਿਪਰੈਸ਼ਨ ਜਿਹੜਾ ਕਿਸਾਨ ਮੂਵਮੈਂਟ ਤੇ ਜਾਂ ਦੂਜੀ ਮੂਵਮੈਂਟ ਤੇ ਹੋ ਰਿਹਾ ਉਹਦੇ ਖਿਲਾਫ ਲੜਨ ਦੇ ਲਈ ਬਣਾਇਆ ਗਿਆ ਸੀ। ਉਸ ਲੀਗਲ ਪੈਨਲ ਵੱਲੋਂ ਇਹ ਅੱਜ ਪ੍ਰੈਸ ਕਾਨਫਰੰਸ ਚੰਡੀਗੜ੍ਹ 'ਚ ਰੱਖੀ ਗਈ ਹੈ। ਅਸੀਂ ਸਿੰਘੂ ਬਾਰਡਰ 'ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਮੇਸ਼ਾ ਅਪਡੇਟ ਬਰੀਫ ਕਰਦੇ ਰਹਿੰਦੇ ਹਾਂ ਉੱਥੇ, ਪਰ ਅਸੀਂ ਸੋਚਿਆ ਕਿ ਚੰਡੀਗੜ੍ਹ ਕਿਉਂਕਿ ਪੰਜਾਬ ਤੋਂ ਬਹੁਤ ਜ਼ਿਆਦਾ ਕਿਸਾਨ ਔਰ ਨੌਜਵਾਨ ਜਿਹੜੇ ਬੱਚੇ ਵੀ ਸਨ, ਉਹਨਾਂ ਨੂੰ 26 ਔਰ 29 ਦੀ ਘਟਨਾਵਾਂ ਤੋਂ ਬਾਅਦ ਜੇਲ੍ਹਾਂ 'ਚ ਬੰਦ ਕਰ ਦਿੱਤਾ ਸੀ। ਇਸ ਲਈ ਅਸੀਂ ਸਮਝਦੇ ਸੀ ਕਿ ਪੰਜਾਬ 'ਚ ਘੱਟੋ ਘੱਟ ਇਸ ਦੀ ਅਪਡੇਟ, ਇਸ ਲਈ ਅਸੀਂ ਜ਼ਰੂਰ ਇੱਥੇ ਇਹ ਜਾਣਕਾਰੀ ਦਈਏ ਔਰ ਤੁਹਾਡੇ ਨਾਲ ਸਾਂਝੀ ਵੀ ਕਰੀਏ। ਅੱਜ ਮੇਰੇ ਨਾਲ ਸਾਡੇ ਸੰਯੁਕਤ ਕਿਸਾਨ ਮੋਰਚਾ ਦੇ ਲੀਗਲ ਪੈਨਲ ਦੇ ਮੈਂਬਰ ਦਾ ਹਰਪਾਲ ਸਿੰਘ ਹਰਿਆਣਾ ਤੋਂ, ਰਮਿੰਦਰ ਸਿੰਘ ਜੀ ਪਟਿਆਲਾ, ਮੈਂ ਪ੍ਰੇਮ ਸਿੰਘ ਭੰਗੂ, ਕਿਰਨਜੀਤ ਸਿੰਘ ਸੇਖੋਂ, ਇੱਕ ਕਾਮੜੇ ਇੰਦਰਜੀਤ ਸਿੰਘ ਹਰਿਆਣਾ ਤੋਂ, ਦੈਨ ਕਿਰਨਜੀਤ ਸਿੰਘ ਸੇਖੋਂ ਐਡਵੋਕੇਟ, ਅਸੀਂ ਇੱਥੇ ਹਾਜ਼ਰ ਹਾਂ। ਇਹਨਾਂ ਤੋਂ ਇਲਾਵਾ ਸਾਡੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜਿਹੜੇ ਬਹੁਤ ਨਾਮਵਰ ਵਕੀਲ ਸਾਡੇ ਲੀਗਲ ਪੈਨਲ ਦੇ ਨਾਲ ਹਮੇਸ਼ਾ ਕੋਆਰਡੀਨੇਟ ਵੀ ਕਰ ਰਹੇ ਨੇ, ਮਿਲ ਕੇ ਚੱਲਦੇ ਨੇ, ਸਾਨੂੰ ਹਮੇਸ਼ਾ ਜਿਹੜੀ ਲੀਗਲ ਹੈਲਪ ਵੀ ਔਰ ਲੀਗਲ ਜਿਹੜੀ ਅਗਵਾਈ ਵੀ ਸਾਡੀ ਇੱਥੇ ਕਰਦੇ ਨੇ, ਉਹ ਵੀ ਸਾਡੇ ਵਿੱਚ ਮੌਜੂਦ ਨੇ। ਸਾਡੇ ਉਹ ਪਰਲੇ ਪਾਸੇ ਓਂਕਾਰ ਸਿੰਘ ਜੀ ਐਡਵੋਕੇਟ ਹਾਈ ਕੋਰਟ ਤੋਂ, ਅੱਗੇ ਕੁਲਵੀਰ ਸਿੰਘ ਜੀ ਧਾਲੀਵਾਲ ਸਾਬਕਾ ਪ੍ਰਧਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ, ਸਰਦਾਰ ਜੋਗਿੰਦਰ ਸਿੰਘ ਜੀ ਤੂਰ ਸੀਨੀਅਰ ਵਕੀਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਅਤੇ ਇਸ ਤਰ੍ਹਾਂ ਹੀ ਮੇਰੇ ਪਿੱਛੇ ਬੈਠੇ ਸਾਡੇ ਡਿਸਟ੍ਰਿਕਟ ਕੋਰਟ ਤੋਂ ਚੰਡੀਗੜ੍ਹ ਤੋਂ ਵਕੀਲ ਜਿਨ੍ਹਾਂ ਦੀ ਹਾਈ ਕੋਰਟ ਤੋਂ ਮੈਡਮ ਚਰਨਜੀਤ ਕੌਰ, ਅਤੇ ਡਿਸਟ੍ਰਿਕਟ ਕੋਰਟ ਤੋਂ ਵੀ ਸਾਡੇ ਸਾਥੀ ਵਿਪਨ ਹਾਈ ਕੋਰਟ ਵੀ ਪ੍ਰੈਕਟਿਸ ਕਰਦੇ, ਅਤੇ ਉਹਨਾਂ ਨਾਲ ਵੱਡੀ ਗਿਣਤੀ 'ਚ ਆਏ ਸਾਥੀ ਜਿਹੜੇ ਇਹ ਸਾਰੀਆਂ ਜਿੰਨਾ ਰਿਪਰੈਸ਼ਨ ਸਾਡੀ ਮੂਵਮੈਂਟ 'ਤੇ ਉਹਦੇ ਖਿਲਾਫ ਇਹ ਆਵਾਜ਼ ਵੀ ਉਠਾ ਰਹੇ ਆ, ਇਹਨਾਂ ਦੇ ਧਰਨੇ ਵੀ ਇੱਥੇ ਚੱਲਦੇ ਨੇ, ਉਹ ਵੀ ਸਾਡੇ ਵਿੱਚ ਸ਼ਾਮਲ ਨੇ। ਮੈਂ ਸੰਖੇਪ ਦੇ ਵਿੱਚ ਕਿਉਂਕਿ ਸ਼ੁਰੂ ਕਰਦਾ ਹੋਇਆ, ਮੇਰੇ ਸਾਥੀ ਇਸ ਦੇ ਵਿੱਚ ਐਡ ਕਰਨਗੇ। ਸਭ ਤੋਂ ਪਹਿਲਾਂ ਤੁਹਾਡੀ ਜਾਣਕਾਰੀ ਲਈ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਕਿਸਾਨ ਮੂਵਮੈਂਟ ਅੰਦੋਲਨ ਪਿਛਲੇ 100 ਦਿਨਾਂ ਤੋਂ, ਕਿਉਂਕਿ ਕੱਲ੍ਹ ਨੂੰ ਅੰਦੋਲਨ ਦੇ 100 ਦਿਨ ਪੂਰੇ ਹੋਣੇ ਨੇ, 100 ਦਿਨ ਤੋਂ ਇਹ ਅੰਦੋਲਨ ਪੀਸਫੁਲ ਰਹਿ ਕੇ 3 ਖੇਤੀ ਕਾਨੂੰਨ ਜਿਹੜੇ ਸਰਕਾਰ ਨੇ ਖੇਤੀਬਾੜੀ ਦੀ ਤਬਾਹੀ ਲਈ, ਕਾਰਪੋਰੇਟ ਸੈਕਟਰ ਨੂੰ ਬਹੁਤ ਵੱਡੇ ਮੁਨਾਫੇ ਦੇਣ ਲਈ ਬਣਾਏ ਸੀ, ਉਹਨਾਂ ਦੇ ਖਿਲਾਫ ਅੰਦੋਲਨ ਪੰਜਾਬ ਤੋਂ ਸ਼ੁਰੂ ਹੋ ਕੇ ਸਾਰੇ ਦੇਸ਼ 'ਚ ਫੈਲਿਆ ਔਰ ਵਿਦੇਸ਼ ਦਾ ਅੰਦੋਲਨ ਬਣਿਆ। ਪਰ ਇਸ ਅੰਦੋਲਨ ਤੋਂ ਸਰਕਾਰ ਬੜੀ ਘਬਰਾਈ ਹੋਈ ਹੈ। ਪਿਛਲੇ 100 ਦਿਨ ਤੋਂ ਸਰਕਾਰ ਬੜੀ ਘਬਰਾਈ ਹੋਈ ਹੈ। ਉਹ ਬਹੁਤ ਭਾਂਤ-ਭਾਂਤ ਦੀਆਂ ਛੜਯੰਤਰ ਚਾਲਾਂ ਹੱਥ ਕੰਡੇ ਵਰਤ ਕੇ ਇਸ ਅੰਦੋਲਨ ਨੂੰ ਸਾਬੋਤਾਜ ਕਰਨਾ, ਫੇਲ ਕਰਨ ਦੀਆਂ ਗੋਂਦਾਂ ਗੁੰਦ ਰਹੀ ਹੈ। ਬਹੁਤ ਪਹਿਲਾਂ ਸਾਡੇ ਅੰਦੋਲਨ ਨੂੰ ਸਿੰਘੂ ਬਾਰਡਰ 'ਤੇ ਬਦਨਾਮ ਕਰਨ ਦੇ ਲਈ ਕਦੇ ਖਾਲਿਸਤਾਨੀ ਦਾ ਅੰਦੋਲਨ ਕਿਹਾ ਗਿਆ, ਇਸ ਨੂੰ ਕਦੇ ਕਿਹਾ ਗਿਆ ਅਰਬਨ ਨੈਕਸਲਾਈਟ ਨੇ, ਕਦੇ ਕਿਹਾ ਇਹ ਕਾਮਰੇਡਾਂ ਨੇ ਹਾਈਜੈਕ ਕੀਤਾ ਹੋਇਆ, ਪਰ ਕਿਸਾਨਾਂ 'ਚ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੋਇਆ, ਕਿਉਂਕਿ ਕਿਸਾਨ ਤਾਂ ਕਿਸਾਨ ਨੇ, ਉਹ ਤਾਂ ਇਸ ਮੁੱਦੇ 'ਤੇ ਹੀ ਰਹੇ। 26 ਤਾਰੀਖ ਨੂੰ ਜਿਹੜੀ ਵੱਡੀ ਘਟਨਾ ਹੋਈ ਤੁਹਾਡੇ ਸਾਹਮਣੇ ਹੈ ਕਿ ਬਹੁਤ ਵੱਡੀ ਕਿਸਾਨ ਪਰੇਡ ਜਿਹੜੀ ਰਿਪਬਲਿਕ ਡੇ ਪਰੇਡ 'ਤੇ ਕਿਸਾਨਾਂ ਨੇ ਕਰਨੀ ਸੀ, ਜਿਹਦੇ ਵਿੱਚ 4 ਲੱਖ ਤੋਂ ਜ਼ਿਆਦਾ ਜਿਹੜਾ ਟਰੈਕਟਰ ਹੈ ਪੰਜਾਬ ਤੇ ਹਰਿਆਣੇ ਤੋਂ ਦਿੱਲੀ ਦੇ ਬਰੂਹਾਂ 'ਤੇ ਪਹੁੰਚਿਆ ਸੀ। ਉਸ ਤੋਂ ਸਰਕਾਰ ਬੜੀ ਘਬਰਾਈ ਹੋਈ ਸੀ। ਭਾਵੇਂ ਰੂਟ ਸਾਨੂੰ ਦਿੱਤੇ ਹੋਏ ਸੀ, ਪਰ ਬੜੀ ਇੱਕ ਡੀਪ ਰੂਟਡ ਕੌਨਸਪੀਰੇਸੀ ਦੇ ਤਹਿਤ ਉਹ ਰੂਟ ਸਾਰੇ ਬੰਦ ਕੀਤੇ, ਬਲੌਕ ਕੀਤੇ। ਸਾਡੀ ਪਰੇਡ ਉਹਨਾਂ ਰੂਟਾਂ 'ਤੇ ਜਾਣ ਨਹੀਂ ਦਿੱਤਾ ਗਿਆ, ਔਰ ਅਜਿਹੇ ਰੂਟ ਖੋਲ੍ਹੇ ਜਿਹੜੇ ਆਊਟਰ ਰਿੰਗ ਰੋਡ ਨੂੰ ਹੁੰਦੇ ਹੋਏ ਲਾਲ ਕਿਲੇ ਪਹੁੰਚਦੇ ਸੀ। ਜੋ ਘਟਨਾਕ੍ਰਮ ਹੋਇਆ ਉਹ ਤੁਹਾਡੇ ਸਾਹਮਣੇ। ਸੋ ਇਹ ਬਹੁਤ ਵੱਡੀ ਸਾਜ਼ਿਸ਼ ਸੀ, ਐਡੇ ਵੱਡੇ ਵਰਲਡ ਲੈਵਲ ਦੇ ਅੰਦੋਲਨ ਨੂੰ ਫੇਲ ਕਰਨ ਦੀ ਸਰਕਾਰ ਨੇ ਜੋ ਰਚੀ। ਪਰ ਫਿਰ ਮੈਂ ਧੰਨਵਾਦੀ ਹਾਂ ਸਾਡੇ ਹਰਿਆਣਾ ਦੇ ਕਿਸਾਨਾਂ ਦਾ, ਬਹੁਤ ਵੱਡੀ ਗਿਣਤੀ 'ਚ ਯੂਪੀ ਦੇ ਕਿਸਾਨਾਂ ਦਾ,
ਜਿਨ੍ਹਾਂ ਨੇ ਬਿਨਾਂ ਦੇਰੀ ਇਸ ਸਾਜ਼ਿਸ਼ ਨੂੰ ਸਮਝਿਆ ਔਰ ਇਹ ਡਿਵਾਈਡ, ਕਮਿਊਨਲ ਡਿਵਾਈਡ ਜਿਹੜੀ ਸਰਕਾਰ ਕਰਨਾ ਚਾਹੁੰਦੀ ਸੀ, ਇਸ ਨੂੰ ਬਿਨਾਂ ਦੇਰੀ ਐਕਸਪੋਜ਼ ਕੀਤਾ ਔਰ ਅੰਦੋਲਨ ਵਿਦਨ 2 ਡੇਜ਼ ਆਪਣੇ ਪੈਰਾਂ 'ਤੇ ਨਹੀਂ ਖੜਾ ਹੋਇਆ, ਸਗੋਂ ਉਸ ਤੋਂ ਅੱਗੇ ਵਧਿਆ। ਇਹਦੇ ਨਾਲ ਹਿੱਸਾ ਜਿਹੜਾ ਇੰਪੋਰਟੈਂਟ ਇਹ ਹੈ ਕਿ ਉਸ ਦੇ ਵਿੱਚ ਬਹੁਤ ਵੱਡਾ ਰਿਪਰੈਸ਼ਨ, ਕਿਉਂਕਿ ਸਰਕਾਰ ਚਾਹੁੰਦੀ ਸੀ ਇਸ ਅੰਦੋਲਨ ਨੂੰ ਡਾਈਵਰਟ ਕਰੀਏ, ਜਿਹੜਾ ਕਿਸਾਨੀ ਮੁੱਦਿਆਂ ਦੇ ਉੱਪਰ ਚੱਲਦਾ ਹੈ, ਉਹ ਡਾਈਵਰਟ ਕਰਨਾ ਚਾਹੁੰਦੇ ਸੀ। ਡਾਈਵਰਟ ਕਰਨ ਲਈ ਉਹਨਾਂ ਨੇ ਰਿਪਰੈਸ਼ਨ ਦਾ ਰਾਹ ਚੁਣਿਆ ਔਰ ਰਿਪਰੈਸ਼ਨ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ, ਮੈਨੂੰ ਡਿਟੇਲ ਨਹੀਂ ਜਾਣਾ, ਮੇਰੇ ਸਾਥੀ ਜਾਣਗੇ, ਬਹੁਤ ਵੱਡੀ ਗਿਣਤੀ 'ਚ ਸਾਰੇ ਕਿਸਾਨ ਆਗੂਆਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ। ਬਹੁਤ ਵੱਡੀ ਗਿਣਤੀ 'ਚ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਤੋਂ ਕਿਸਾਨਾਂ ਨੂੰ ਬਹੁਤ ਗੰਭੀਰ ਜਿਹੜੀਆਂ ਧਾਰਾਵਾਂ ਨੇ ਕਾਨੂੰਨ ਦੀਆਂ 307 ਵਰਗੀਆਂ, ਉਹਨਾਂ ਦੇ ਵਿੱਚ ਬੇਦੋਸ਼ੀਆਂ ਨੂੰ ਜੇਲ੍ਹਾਂ 'ਚ ਬੰਦ ਕੀਤਾ। ਉਸ ਤੋਂ ਇਲਾਵਾ ਇਹ ਘਟਨਾ ਭਾਵੇਂ 26 ਦੀ ਹੋਈ, ਪਰ 29 ਤਰੀਕ ਦੀ ਘਟਨਾ ਸੀ ਇੱਕ। ਉਸ ਤੋਂ ਬਾਅਦ 8 ਫਰਵਰੀ ਤੱਕ ਵੀ ਇਹ ਗ੍ਰਿਫਤਾਰੀਆਂ ਜਾਰੀ ਰਹੀਆਂ। ਕੋਈ ਕਿਤੇ ਫੜਾ ਗਿਆ, ਕੋਈ ਕਿਤੇ ਫੜਾ, ਕੋਈ ਸਮਾਨ ਲੈਣ ਗਿਆ ਸੀ, ਉਹ ਸਾਰਿਆਂ ਨੂੰ ਰੋਪ ਇਨ ਕਰਕੇ ਝੂਠੇ ਕੇਸਾਂ ਨੂੰ ਫਸਾਉਂਦੇ ਰਹੇ। ਇੱਥੇ ਹੀ ਬਸ ਨਹੀਂ ਕੀਤੀ, ਨੋਟਿਸ ਪੰਜਾਬ ਦੇ ਵਿੱਚ 160 CRPC, 91 CRPC ਦੇ ਵਿੱਚ ਬੜੀ ਵੱਡੀ ਗਿਣਤੀ 'ਚ ਨੋਟਿਸ ਹੈ ਜਿਹੜੇ ਪੰਜਾਬ, ਹਰਿਆਣਾ ਦੇ ਵਿੱਚ ਭੇਜੇ, ਉਹਨਾਂ ਲੋਕਾਂ ਨੂੰ ਡਰਾਉਣ ਲਈ, ਧਮਕਾਉਣ ਲਈ ਕਿ ਉਹ ਮੋਰਚਿਆਂ ਦੇ ਵਿੱਚ ਨਾ ਜਾਣ, ਜਾਂ ਮੋਰਚਿਆਂ ਦੇ ਜਿਹੜੇ ਲੋਕ ਨੇ ਸਹਿਮ ਕਰਕੇ ਉਹ ਘਰਾਂ ਨੂੰ ਪਰਤ ਜਾਣ। ਤਾਂ ਉਹਦਾ ਉਦੇਸ਼ ਇੱਕੋ ਹੀ ਸੀ, ਭਾਵੇਂ ਉਹਨਾਂ ਖਿਲਾਫ ਕੋਈ FIR ਤਾਂ ਨਹੀਂ ਸੀ, ਪਰ ਉਦੇਸ਼ ਇਹ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਬਹਾਨੇ ਬੁਲਾਓ ਔਰ ਬੁਲਾ ਕੇ ਝੂਠੇ ਕੇਸ ਦੇ ਵਿੱਚ ਇੰਪਲੀਕੇਟ ਕਰ ਦਿਓ। ਜਿਹੜੇ 1-2 ਕਿਸਾਨ ਗਏ ਉਹਨੂੰ ਇੰਪਲੀਕੇਟ ਕੀਤਾ, ਭਾਵੇਂ ਉਹਨਾਂ ਦੀ ਜ਼ਮਾਨਤ ਬਾਅਦ 'ਚ ਹੋ ਗਈ। ਇਹ ਵੀ ਇੱਕ ਰਿਪਰੈਸ਼ਨ ਜਿਹੜਾ ਸਰਕਾਰ ਦਾ ਅਜੇ ਵੀ ਕੰਟੀਨਿਊ ਹੈ, 1 ਮਹੀਨੇ ਤੋਂ ਬਾਅਦ ਇਹ ਕੰਟੀਨਿਊ ਹੈ, ਉਹ ਕਰੀ ਜਾ ਰਹੇ ਆ ਜੇ। ਔਰ ਬਸ ਨਹੀਂ ਕੀਤੀ, ਛੋਟੇ ਬੱਚੇ 15 ਜਾਂ 16 ਸਾਲ ਦੇ ਛੋਟੇ ਬੱਚਿਆਂ ਨੂੰ ਵੀ, ਜਿਨ੍ਹਾਂ ਦੇ ਖਿਲਾਫ ਇਹ ਧਾਰਾਵਾਂ ਬਣਦੀਆਂ ਵੀ ਨਹੀਂ ਔਰ ਐਕਟ ਵੀ ਨਹੀਂ ਕਿਸੇ ਨੇ ਕੀਤਾ, ਕਿਸਾਨਾਂ ਨੇ ਜਿਨ੍ਹਾਂ ਦੀ ਵੇਲਾਂ ਹੋਈਆਂ, ਜੇ ਸਾਥੀ ਜ਼ਿਕਰ ਕਰਨਗੇ ਵੀ ਉਹਨਾਂ ਦੇ ਸਾਰਿਆਂ ਦੇ ਖਿਲਾਫ ਸਮੇਤ ਸਾਡੇ ਐਡੇ ਸੀਰੀਅਸ ਧਾਰਾਵਾਂ ਦੇ ਵਿੱਚ ਅਟੈਂਪਟ ਟੂ ਮਰਡਰ ਵਰਗੇ, ਦੂਜੇ ਜਿਹੜੇ ਡੈਕੁਇਟੀ ਵਰਗੇ ਅਫੈਂਸ ਸਨ, ਉਹ ਲਾਏ। ਇੱਥੇ ਹੀ ਨਹੀਂ, ਸਾਰਾ ਜੇ ਤੁਸੀਂ ਪ੍ਰੈਸ 'ਚ ਪੜ੍ਹੋ ਕਿ ਸਾਰੇ ਸਿੰਘੂ ਬਾਰਡਰ ਦੇ ਉੱਪਰ ਟੋਟਲ ਬੈਰੀਕੇਡ ਲਾਏ ਹੋਏ ਆ। ਦਿੱਲੀ ਨੂੰ ਜਾਣ ਵਾਲੇ ਰਸਤੇ, ਇੱਕ ਰਸਤੇ ਜਾਓ, ਅਗਲੇ ਦਿਨ ਉਹ ਰਸਤਾ ਬੰਦ ਹੁੰਦਾ ਹੈ, ਦੂਜੇ ਦਿਨ ਕੋਈ ਹੋਰ ਰਸਤਾ ਬੰਦ ਹੁੰਦਾ ਹੈ, ਸੜਕਾਂ ਦੇ ਉੱਪਰ ਸਰੀਏ ਕੱਢੇ ਹੋਏ ਨੇ। ਵੀ ਇੰਨਾ ਵੱਡਾ ਰਿਪਰੈਸ਼ਨ ਸਰਕਾਰ ਚਾਹੁੰਦੀ ਇਸ ਤੋਂ ਕੀ ਹੈ? ਇੱਕ ਪਾਸੇ ਤਾਂ ਸਿਵਲ ਲਿਬਰਟੀਜ਼, ਡੈਮੋਕ੍ਰੈਟਿਕ ਰਾਈਟਸ ਨੇ, ਗਰੰਟੀ ਵੀ ਕਰਦੀ ਹੈ, ਕੌਨਸਟੀਟਿਊਸ਼ਨ ਵੀ ਕਹਿੰਦਾ, ਪਰ ਦੂਜੇ ਪਾਸੇ ਉਹੀ ਲੋਕ ਉਹਨਾਂ ਦੀ ਕਿਸ ਤਰ੍ਹਾਂ ਧੱਜੀਆਂ ਉਡਾ ਰਹੇ ਆ ਸ਼ਰੇਆਮ। ਸੋ ਇਹ ਬਹੁਤ ਵੱਡਾ, ਮੈਂ ਕਹਿੰਦਾ ਵੀ ਡੈਮੋਕ੍ਰੇਸੀ ਤੇ ਸ਼ਹਿਰੀ ਆਜ਼ਾਦੀਆਂ ਤੇ ਬਹੁਤ ਵੱਡਾ ਹਮਲਾ ਹੈ। ਇਕੱਲਾ ਕਿਸਾਨਾਂ ਤੇ ਨਹੀਂ, ਸਮਾਜ ਦੇ ਹਰ ਵਰਗ ਤੇ ਹੋ ਰਿਹਾ। ਕਿੰਨਾ ਦਾ ਜ਼ਿਕਰ ਕਰੀਏ, ਸਾਡੇ ਸਾਥੀ ਕਰਨਗੇ, ਹਰ ਇੱਕ, ਭਾਵੇਂ ਮਜ਼ਦੂਰ ਨੇ, ਕੋਈ ਹੋਰ ਨੇ, ਸਾਰਿਆਂ 'ਤੇ ਬਹੁਤ ਵੱਡਾ ਹਮਲਾ ਹੋ ਰਿਹਾ। ਇਸ ਲਈ ਇਸ ਹਮਲੇ ਦਾ ਡੈਮੋਕ੍ਰੇਸੀ ਬਹਾਲ ਹੋਣੀ, ਸਾਡੀ ਸ਼ਹਿਰੀ ਆਜ਼ਾਦੀਆਂ ਰਿਸਟੋਰ ਹੋਣ, ਇਹ ਅੱਜ ਬਹੁਤ ਮੁੱਖ ਸਵਾਲ ਦੇਸ਼ ਦੇ ਸਾਹਮਣੇ ਖੜਾ ਹੋਇਆ ਔਰ ਇਹ ਬਹੁਤ ਗੰਭੀਰ ਚੈਲੰਜ ਹੈ। ਇਸ ਨੂੰ ਹਰ ਮੂਵਮੈਂਟ ਦਾ, ਇਹ ਮੂਵਮੈਂਟ ਨੂੰ ਡਰੇਲ ਕਰਨ ਲਈ, ਮੂਵਮੈਂਟ ਨੂੰ ਫੇਲ ਕਰਨ ਲਈ ਜਿਹੜੀ ਮੋਦੀ ਗੌਰਮੈਂਟ ਹੈ ਇਸ ਪਾਸੇ ਕਰ ਰਹੀ ਹੈ। ਜਿਹੜੇ ਲੋਕ ਲੜਦੇ ਨੇ ਉਹਨਾਂ ਦੇ ਉੱਪਰ ਸੈਡੀਸ਼ਨ ਦੇ ਪਰਚੇ, ਦੇਸ਼ ਧਰੋਹੀ ਦੇ ਪਰਚੇ, ਭਾਂਤ ਦੀਆਂ ਧਾਰਾਵਾਂ ਲਾ ਕੇ ਮਖੌਲ ਬਣਾਇਆ ਹੋਇਆ। ਇਸ ਤਰ੍ਹਾਂ ਭਾਵੇਂ ਸੁਪਰੀਮ ਕੋਰਟ ਨੇ ਬੜਾ ਕੁਝ ਕਿਹਾ, ਉਸ ਤੋਂ ਬਾਅਦ ਕਿਸੇ ਦੇ 2.5 ਸੈਂਟ ਹੋਵੇ ਦੇਸ਼ ਧਰੋਹ ਨਹੀਂ ਬਣਦਾ, ਉਹ ਸਾਰਾ ਸਾਹਮਣੇ ਹੈ, ਪਰ ਫਿਰ ਵੀ ਪਰਵਾਹ ਨਹੀਂ ਕੀਤੀ ਜਾ ਰਹੀ। ਬਹੁਤ ਵੱਡਾ ਇਹ ਜ਼ਬਰਦਸਤ ਜ਼ੁਲਮ ਚੱਲ ਰਿਹਾ ਹੈ। ਅਸੀਂ ਇਸ ਦੇ ਖਿਲਾਫ, ਜਿੱਥੇ 3 ਖੇਤੀ ਕਾਨੂੰਨਾਂ ਦੇ ਖਿਲਾਫ ਸਾਡੀ ਮੂਵਮੈਂਟ ਚੱਲਦੀ ਹੈ, ਉਦੋਂ ਤੱਕ ਚੱਲੇਗੀ ਜਦ ਤੱਕ ਉਹ ਰਿਪੀਲ ਨਹੀਂ ਹੁੰਦੇ। ਸਾਰੀ ਲੀਡਰਸ਼ਿਪ, ਸਾਰੇ ਕਿਸਾਨ ਇਸ ਗੱਲ ਤੇ ਇੱਕਮਤ ਡਿਟਰਮਿੰਡ ਨੇ, ਉਹ ਰਿਪੀਲ ਕਰਾ ਕੇ ਆਉਣਗੇ, ਕਿਉਂਕਿ ਕਾਨੂੰਨ ਹੀ ਬਹੁਤ ਮਾੜੇ ਨੇ। ਕਾਰਪੋਰੇਟ ਸੈਕਟਰ ਦੀ ਬਹਾਲੀ ਦੇ ਕਾਨੂੰਨ ਨੇ, ਉਹਨਾਂ ਨੂੰ ਮੁਨਾਫੇ ਪਹੁੰਚਾਉਣ ਦੇ ਕਾਨੂੰਨ ਨੇ। ਇਸ ਤੋਂ ਇਲਾਵਾ ਅਸੀਂ ਇਹਦੇ ਖਿਲਾਫ ਖੇਤੀ ਕਾਨੂੰਨ ਔਰ ਖਾਸ ਕਰਕੇ ਰਿਪਰੈਸ਼ਨ ਜਿੰਨਾ ਵੱਡਾ ਹੋ ਰਿਹਾ, ਇਸ ਨੂੰ ਨੱਥ ਪਾਈ ਜਾਵੇ ਬਿਨਾਂ ਦੇਰੀ। ਇਹ ਡਾਈਵਰਸ਼ਨ ਜਿਹੜੀ ਸਰਕਾਰ ਕਰਨਾ ਚਾਹੁੰਦੀ ਸੀ, ਇਹਨੂੰ ਕਾਊਂਟਰ ਕਰਨ ਦੇ ਲਈ, ਤੁਹਾਡੀ ਜਾਣਕਾਰੀ ਲਈ, ਕੱਲ੍ਹ ਨੂੰ KMP ਜਿਹੜਾ ਦਿੱਲੀ ਦਾ ਆਊਟਰ ਰਿੰਗ ਰੋਡ ਹੈ, ਉਸ ਨੂੰ 5 ਘੰਟਿਆਂ ਲਈ 11 ਤੋਂ ਲੈ ਕੇ 4 ਵਜੇ ਤੱਕ ਉਹਨੂੰ ਜਾਮ ਕੀਤਾ ਜਾ ਰਿਹਾ। ਬਿਲਕੁਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਰੇ ਬਾਰਡਰਸ ਦੇ ਉੱਪਰ ਕਿਸਾਨ, ਪੰਜਾਬ ਤੋਂ, ਹਰਿਆਣੇ ਤੋਂ, ਅਸੀਂ ਅਪੀਲ ਕੀਤੀ ਹੈ ਵੱਡੀ ਗਿਣਤੀ ਵਿੱਚ ਪਹੁੰਚਣ, ਤਾਂ ਕਿ ਸਰਕਾਰ ਦੇ ਘੱਟੋ ਘੱਟ ਇਸ ਰਿਪਰੈਸ਼ਨ ਜਿਹੜਾ ਡਾਈਵਰਸ਼ਨ ਕਰ ਰਿਹਾ, ਇਸ ਨੂੰ ਹੱਥ ਪਾਈ ਜਾਵੇ। ਇਸ ਲਈ ਇਹ ਅਸੀਂ ਕੱਲ੍ਹ ਨੂੰ ਬਹੁਤ ਵੱਡਾ ਉਹਦੇ ਵਿੱਚ ਕਰ ਰਹੇ ਹਾਂ। ਦਿੱਲੀ ਦੇ ਅੰਦਰ ਐਂਟਰੀ, ਅੰਦਰ ਜਾਣਾ, ਬਾਹਰ ਆਉਣਾ, ਇਸ ਨੂੰ 5 ਘੰਟੇ ਲਈ ਬੰਦ ਰੱਖਾਂਗੇ ਤਾਂ ਕਿ ਸਰਕਾਰ ਨੂੰ ਕੋਈ ਸਬਕ ਮਿਲੇ। ਪਰ ਸਰਕਾਰ ਆਪਣੇ ਇਹਨਾਂ ਕਦਮਾਂ ਦੇ ਉੱਪਰ ਲਗਾਤਾਰ ਚੱਲ ਰਹੀ ਹੈ। ਸੋ ਇਹ ਬਰੀਫਲੀ ਮੇਰੇ ਸਾਥੀ ਇਸ ਦੇ ਵਿੱਚ ਐਡ ਕਰਨਗੇ। ਇਹ ਕੱਲ੍ਹ ਦਾ ਪ੍ਰੋਗਰਾਮ ਹੈ, ਡੈਮੋਕ੍ਰੇਸੀ ਨੂੰ ਬਚਾਉਣਾ, ਸ਼ਹਿਰੀ ਆਜ਼ਾਦੀਆਂ ਬਹਾਲ ਕਰਨੀ,
झूठे केस किसानां दे वापस लैणे, जेल੍ਹਾਂ ਦੇ ਅੰਦਰੋਂ ਬਾਹਰ ਕੱਢਣੇ, ਨੋਟਿਸ ਦੀ ਜਿਹੜੀ ਵਿਛਾੜ ਲਾਈ ਉਸ ਨੂੰ ਬੰਦ ਕਰਨਾ, ਇਹ ਸਾਰੀਆਂ ਗੱਲਾਂ ਦੇ ਖਿਲਾਫ ਸਿੰਘੂ ਬਾਰਡਰ ਤੇ ਵੀ ਇੱਥੇ ਵੀ ਅਸੀਂ ਪੰਜਾਬ 'ਚ ਵੀ ਪਹੁੰਚੇ ਹਾਂ ਇਹ ਸੁਨੇਹਾ ਦੇਣ ਲਈ ਸਾਰੀ ਜਿਹੜੀ ਲੀਗਲ ਟੀਮ ਹੈ ਕਿ ਇਸ ਦਾ ਰਲ ਕੇ ਸਮਾਜ ਦਾ ਹਰ ਵਰਗ, ਉਹ ਐਡਵੋਕੇਟਸ ਹੋਣ, ਪ੍ਰੋਫੈਸਰ ਹੋਣ, ਵਿਦਿਆਰਥੀ ਹੋਣ, ਨੌਜਵਾਨ ਹੋਣ, ਮਜ਼ਦੂਰ ਹੋਣ, ਅੱਜ ਸਾਰਿਆਂ ਦਾ ਇਹ ਇੱਕ ਧਰਮ ਹੈ। ਮੈਂ ਕਹਾਂਗਾ ਕਿ ਇਸ ਦੀ ਰਾਖੀ ਲਈ ਸਭ ਨੂੰ ਇੱਕ ਪਬਲਿਕ ਮੂਵਮੈਂਟ ਬਣਾ ਕੇ ਅੱਗੇ ਆਉਣਾ ਚਾਹੀਦਾ ਹੈ। ਤਾਂ ਹੀ ਜਿਹੜੇ ਲੋਕ ਅੰਦੋਲਨ ਹੈ, ਲੋਕ ਲਹਿਰਾਂ, ਤਾਂ ਹੀ ਉਹ ਲੜਾਂਗੇ ਵੀ ਆਪਾਂ ਨੂੰ, ਤਾਂ ਹੀ ਅੱਗੇ ਵਧਣਗੀਆਂ। ਸੋ ਮੈਂ ਬਰੀਫਲੀ ਇੰਨੀ ਬੇਨਤੀ ਕਰਨੀ ਸੀ। ਤੁਹਾਡਾ ਬਹੁਤ ਧੰਨਵਾਦ। ਮੈਂ ਹੁਣ ਮੇਰੇ ਸਾਥੀ ਰਮਿੰਦਰ ਸਿੰਘ ਪਟਿਆਲਾ ਜਿਹੜੇ ਮੇਰੇ ਨਾਲ ਕੇਸਾਂ ਨੂੰ ਇੰਟੈਂਸਿਵਲੀ ਡੀਲ ਕਰ ਰਹੇ ਹਨ, ਕੋਈ ਡਿਟੇਲ ਵੀ ਸਾਰੀ ਹੈ, ਕਿੰਨੇ ਅੰਦਰ ਗਏ, ਕਿੰਨੇ ਬਾਹਰ ਆਏ, ਕੀ ਅਫੈਂਸ ਸਨ, ਕੀ ਸੀ, ਇਹ ਬਰੀਫਲੀ ਉਹਨਾਂ ਦਾ ਮੈਂਸ਼ਨ ਕਰਨਗੇ ਰਮਿੰਦਰ ਸਿੰਘ ਪਟਿਆਲਾ। ਦੋਸਤੋ, ਕਿਸਾਨ ਐਜੀਟੇਸ਼ਨ ਨਾਲ ਸੰਬੰਧਿਤ 151 ਬੰਦੇ ਹਾਲੇ ਤੱਕ ਦਿੱਲੀ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਨੇ। ਅਸੀਂ ਪੜਾਅਵਾਰ ਉਹਨਾਂ ਦੀ ਹੈਲਪ ਲਈ ਰਸਤਾ ਬਣਾਇਆ। 150 ਦੇ ਕਰੀਬ ਐਡਵੋਕੇਟਸ ਨੇ ਜਿਹੜੇ ਉਹ ਦਿੱਲੀ ਦੀਆਂ ਵੱਖ-ਵੱਖ ਅਦਾਲਤਾਂ 'ਚ ਇਸ ਕੰਮ 'ਚ ਇੱਕ ਕਿਸਮ ਨਾਲ ਨਿਸ਼ਕਾਮ ਸੇਵਕ ਦੇ ਰੂਪ 'ਚ ਸਾਡੀ ਮਦਦ ਕਰ ਰਹੇ ਨੇ। ਉਹਨਾਂ 'ਚ ਮੈਂ ਮੈਂਸ਼ਨ ਕਰਨਾ ਚਾਹੂੰਗਾ ਰਜਿੰਦਰ ਸਿੰਘ ਚੀਮਾ ਜਿਹੜੇ ਆਪਣੇ ਸੀਨੀਅਰ ਐਡਵੋਕੇਟ ਨੇ, ਉਹਨਾਂ ਦਾ ਔਰ ਉਹਨਾਂ ਦੀ ਪੂਰੀ ਟੀਮ ਦਾ ਜਿਹੜੀ ਦਿੱਲੀ 'ਚ ਪ੍ਰੈਜ਼ੈਂਟ ਹੈ, ਵੀਰ ਸਿੰਘ ਸੰਧੂ, ਜਸਪਾਲ ਸਿੰਘ ਢਿੱਲੋਂ, ਇਹ ਸਾਰੇ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਿੰਗ ਕਮੇਟੀ ਨੇ ਗੁਰਦੁਆਰਾ ਰਕਾਬਗੰਜ ਦੇ ਵਿੱਚ ਸਾਨੂੰ ਥਾਂ ਵੀ ਪ੍ਰੋਵਾਈਡ ਕਰਾਈ ਔਰ ਲੌਜਿਸਟਿਕਲ ਸਪੋਰਟ ਵੀ ਜਿਹੜੀ ਦਿੱਤੀ। ਸ਼ਾਇਦ ਉਸ ਸਪੋਰਟ ਤੋਂ ਬਗੈਰ ਸਾਨੂੰ ਇਹ ਸਾਰਾ ਕੁਝ ਮੈਨੇਜ ਕਰਨਾ ਥੋੜਾ ਡਿਫਿਕਲਟ ਹੁੰਦਾ। ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ। ਇਸ ਸਪੋਰਟ ਦੀ ਬਦੌਲਤ, ਵਕੀਲਾਂ ਦੀ ਇਸ ਜਿਹੜੀ ਸਾਰੀ ਮਦਦ ਦੀ ਬਦੌਲਤ, ਅਸੀਂ 151 ਕਿਸਾਨਾਂ ਚੋਂ 134 ਨੂੰ ਸਟਿਲ ਹਾਲੇ ਤੱਕ ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਹੈ 11 ਵਜੇ ਤੱਕ ਦੀ 134 ਕਿਸਾਨਾਂ ਦੀ ਜ਼ਮਾਨਤ ਹੈ ਜਿਹੜੀ ਉਹ ਕਰਾਉਣ 'ਚ ਸਫਲ ਹੋਏ ਹੈ। 121 ਕਿਸਾਨ ਕੱਲ ਰਾਤ ਤੱਕ ਤਿਹਾੜ ਚੋਂ ਬਾਹਰ ਆ ਚੁੱਕੇ ਸੀ ਜਾਂ ਰੋਣੀ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ। ਰਾਤ ਸਿਰਫ ਇੱਕ ਟੈਕਨੀਕੈਲਿਟੀ ਫਸ ਗਈ, ਪੁਲਿਸ ਦੀ ਡਾਇਰੀ ਤੇ ਕੋਰਟ ਦੇ ਆਰਡਰ ਦੇ ਵਿੱਚ ਇੱਕ ਥੋੜਾ ਮਿਸਟੇਕਨ ਫੈਕਟ ਸੀਗਾ, ਜਿਸ ਕਰਕੇ ਇੱਕ ਕਿਸਾਨ ਦੀ ਜ਼ਮਾਨਤ ਹੋਣ ਤੋਂ ਬਾਹਰ ਆਉਣ ਤੋਂ ਰੁਕ ਗਿਆ। ਉਹ ਅੱਜ ਕਲੀਅਰ ਹੋ ਜਾਊਗਾ ਤੇ ਅੱਜ ਵੀ 8-10 ਕਿਸਾਨਾਂ ਦੀ ਪੋਸੀਬਿਲਿਟੀ ਹੈ ਕਿ ਅੱਜ ਵੀ ਉਹ ਬਾਹਰ ਆ ਜਾਣਗੇ। ਇਸ ਤੋਂ ਇਲਾਵਾ ਇੱਕ ਸਵਾਲ ਹੈ ਕਿ ਰਣਜੀਤ ਸਿੰਘ ਕਾਜਮਪੁਰ ਜੀ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ 29 ਤਰੀਕ ਨੂੰ ਅਲੀਪੁਰ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਰਜ ਹੋਇਆ ਸੀ। ਉਸ ਦੇ ਮਾਮਲੇ 'ਚ ਵੀ ਕੱਲ ਪਹਿਲਾਂ ਵੀ ਅਸੀਂ ਮਿਲੇ ਹਾਂ, ਖੁਦ ਭੰਗੂ ਸਾਹਿਬ ਫਿਜ਼ੀਕਲੀ ਮਿਲ ਕੇ ਆਇਆ ਸੀ ਤਿਹਾੜ ਜੇਲ੍ਹ ਦੇ ਵਿੱਚ ਥਰੂ ਦਿੱਲੀ ਗਵਰਨਮੈਂਟ। ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਗਵਰਨਮੈਂਟ ਨਾਲ ਇਸ਼ੂ ਟੇਕਅਪ ਕੀਤਾ ਸੀ ਕਿ ਕੋਵਿਡ ਕਰਕੇ ਵੀਡੀਓ ਕਾਨਫਰੰਸਿੰਗ ਰਾਹੀਂ ਮੁਲਾਕਾਤਾਂ ਹੋ ਰਹੀਆਂ, ਸਾਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਡਾਇਰੈਕਟਲੀ ਮਿਲਣ ਦੀ ਇਜਾਜ਼ਤ ਦਿਓ ਤੁਸੀਂ। ਤਾਂ ਉਹਨਾਂ ਨੇ ਵੀ ਇਹ ਸਾਨੂੰ ਕੋਆਪਰੇਟ ਕੀਤਾ। ਅਸੀਂ ਤਿਹਾੜ ਔਰ ਰੋਣੀ ਜੇਲ੍ਹ ਦੇ ਵਿੱਚ ਖੁਦ ਕਿਸਾਨ ਵੀਰਾਂ ਨੂੰ ਮਿਲ ਕੇ ਆਏ ਔਰ ਉਹਨਾਂ ਦੀਆਂ ਪ੍ਰੋਬਲਮਸ ਵੀ ਸੁਣੀਆਂ ਔਰ ਉਸੇ ਸਮੇਂ ਦੌਰਾਨ ਅਸੀਂ ਰਣਜੀਤ ਸਿੰਘ ਕਾਜ਼ਮਪੁਰ ਨੂੰ ਵੀ ਮਿਲੇ ਸੀ। ਹੌਸਲੇ 'ਚ ਨੇ ਸਾਰੇ ਵੀਰ। ਇੱਕ ਤਾਂ ਪਹਿਲੀ ਗੱਲ ਜਿਹੜੇ ਬਾਹਰ ਵੀ ਆਏ ਨੇ, ਜਿਹੜੇ ਅੰਦਰ ਨੇ, ਹੌਸਲੇ 'ਚ ਨੇ ਔਰ ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਹੈ। ਸਗੋਂ ਚਿੰਤਾ ਉਹਨਾਂ ਨੂੰ ਇਹ ਸੀ ਵੀ ਸਾਡਾ ਮੋਰਚਾ ਨਾ ਖਰਾਬ ਹੋ ਜੇ ਕਿਤੇ, ਤੇ ਜਦੋਂ ਮੋਰਚੇ ਦੀ ਚੰਗੀ ਖਬਰ ਉਹਨਾਂ ਨੂੰ ਜਾਂਦੀ ਹੈ ਤਾਂ ਉਹ ਬਿਲਕੁਲ ਡਟੇ ਬੈਠੇ ਨੇ। ਤਾਂ ਕੱਲ ਰਣਜੀਤ ਸਿੰਘ ਕਾਜ਼ਮਪੁਰ ਹੋਣ ਵਾਲੀ ਜਿਹੜੀਆਂ ਲੀਗਲ ਫਾਰਮੈਲਿਟੀਜ਼ ਕੁਝ ਹੋਰ ਕਰਨ ਦੀ ਜ਼ਰੂਰਤ ਸੀ, ਮੈਂ ਉਹ ਹਾਲੇ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਬੇਲ ਦੀਆਂ ਟੈਕਨੀਕੈਲਿਟੀਜ਼ ਨੇ, ਉਹ ਕੋਈ ਵੀ ਵਕੀਲ ਨਹੀਂ ਚਾਹੁੰਦਾ ਹੁੰਦਾ ਵੀ ਉਹ ਓਪਨ ਕੀਤੀਆਂ ਜਾਣ। ਤਾਂ ਉਹਨਾਂ ਦੀ ਬੇਲ ਹੈ ਜਿਹੜੀ ਸੈਚਰਡੇ ਜਾਂ ਮੰਡੇ ਨੂੰ ਫਾਈਲ ਹੋ ਜਾਏਗੀ। ਉਮੀਦ ਹੈ ਉਹ ਵੀ ਅਗਲੇ ਹਫਤੇ ਸਾਡੇ ਕੋਲ ਸਿੰਘੂ ਮੋਰਚੇ ਤੇ ਵਾਪਸ ਆ ਜਾਣਗੇ। ਇਸ ਤੋਂ ਇਲਾਵਾ ਨੋਟਿਸ ਦਾ ਜਿਹੜਾ ਸਵਾਲ ਸੀ, 24 ਤਰੀਕ ਨੂੰ ਅਸੀਂ ਆਲ ਇੰਡੀਆ ਪੱਧਰ ਤੇ ਜਬਰ ਵਿਰੋਧੀ ਦਿਵਸ ਮਨਾਇਆ। ਉਸ ਦਿਨ ਤਹਿਸੀਲ ਡਿਸਟ੍ਰਿਕਟ ਹੈਡਕੁਆਰਟਰਸ ਤੇ ਪ੍ਰਦਰਸ਼ਨ ਕਰਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ। ਉਹਨਾਂ ਦਾ ਵੀ ਇੰਪੈਕਟ ਪਿਆ ਔਰ ਜਿਹੜੇ ਨੋਟਿਸ ਦੇ ਵਿੱਚ ਅਸੀਂ ਕੁਝ ਐਂਟੀਸਪੇਟਰੀ ਬੇਲਸ ਲੈਣ 'ਚ ਕਾਮਯਾਬ ਹੋਏ ਹਾਂ। ਇਸ ਦਾ ਇੰਪੈਕਟ ਹੈ ਕਿ ਇਹ ਮਾਮਲਾ ਪੁਲਿਸ ਨੂੰ ਰੋਕਣਾ ਪਿਆ, ਇਹ ਐਕਸਪੋਜ਼ ਹੋ ਗਿਆ ਹੈ। ਇੱਕ ਕਿਸਮ ਨਾਲ ਬਹੁਤ ਸਾਰੀਆਂ ਇਰੈਗੂਲਰਿਟੀਜ਼ FIRs ਦੇ ਵਿੱਚ ਸੀਗੀਆਂ। ਮੈਂ ਸਿਰਫ 1-2 ਆਰਡਰਸ ਦਾ ਜ਼ਿਕਰ ਕਰੂੰਗਾ ਕਿ ਕਮਿਸ਼ਨਰ ਪੁਲਿਸ ਨੂੰ ਜੱਜ ਸਾਹਿਬ ਨੇ ਆਰਡਰ ਕੀਤਾ ਬੇਲ ਆਰਡਰ ਦੇ ਵਿੱਚ
कि इन्वेस्टिगेट करो और इसकी जांच करो भी ये रेगुलरिटीज क्यों नहीं। लाल किला के मामले च जिहड़ी FIR है उस च 3 बंदियां दी बेल हुई है और वो बेल का आधार यह सीगा कि मैच प्रेजेंस एट लाल किला इज नॉट एंड कोई ऑफेंस नहीं है, जिन्नी देर तो कोई अकरेंस नहीं की है किसी बंदे ने। तो इस मामले च जम्मू तो हजूरी कीर्तनीय साडे भाई महिंदर सिंह उन्हां नूं गिरफ्तार कीता सी, वो उन्हां दी भी बेल एप्लीकेशन असीं मूव कीती है। तो रल मिल के सारा कोआर्डीनेट एफर्ट है। जुडिशरी नूं जां देश ने जो समझिया कि 26 ਨੂੰ बीजेपी गवर्नमेंट ने एक पूरी कॉन्स्पिरेसी की है इस किसान भोल ਨੂੰ बदनाम करने ਲਈ, इसनों डाइवर्ट करने ਲਈ। लगभग इदां दा ही सानू लगता है कि व्यू जुडिशरी च भी गया हैगा और वो सिंपैथेटिक रही है इस मामले च, और उन्होंने इस मामले च लगभग पुलिस दीयां बहुत सारियां स्टोरीज नूं नहीं मन्निया हैगा और बेल्स कीतियां हैगियां ने। और असीं एक जरूर कहना चाहांगे इस राही कि एजिटेशन है, कामयाब होने ਲਈ लड़ रहे हैं, अपील कराने ਲਈ लड़ रहे हैं। सफल होए तो यह केस खत्म होणगे, ना होए तो असी उत्थे भी इंश्योर किया और उरे थोड़े राਹੀਂ भी पंजाब और समुचे हरियाणे के और देशवासियों को इंश्योर करना चाहते हैं कि ਜਿਹੜੇ किसान वीर के केस बने ने संयुक्त किसान मोर्चा का लीगल पैनल है जिहड़ा और सारे वकील आखिरी दम तक केस की पैरवाई करांगे और बरी करावांगे उन्होंने मित्रों को, क्योंकि यह मतलब कहानियां जो FIRs पढ़ते हैं तो इस तरह दी स्टोरीज ने कई बार हासा भी आउंदा भी 307 थोक दे भाव च लाइयां ने। उन्होंने एको मकसद सी कि खज्जल खराब करिए, टेरराइज करिए और इन्हों परेशान करिए। और ये स्टोरी है जी पुलिस की जाए सारी गवर्नमेंट की जी चाल आ मुद्दे मुँह डिग्गी है। 1 महीने के अंदर अंदर लगभग 307 ਦੀਆਂ ਸਾਰੀਆਂ ਧਰਾਵਾਂ वाले ਜਿਹੜੇ पर्चे ਸੀ ਉਹਨਾਂ ਦੀ ਬੇਲ ਹੋਈਆਂ और मुद्दे मुँह डिगे ने। आस है अगे भी इस तरह रहूगा और मोर्चा चढ़ती कला च अगे जारी रहूगा। बाकी जो कोई थोड़ी कोई होर क्वेरी होगी एक मिनट बहुत सारा Let us करनगे साडी जेडी लाइन इस मामले च कोई फैक्ट्स होर ने जेडे ਪਹਿਲਾਂ ਤਾਂ ਅਸੀਂ ਇਹ ਜਿਹੜਾ ਟੋਟਲ ਘਟਨਾਕ੍ਰਮ ਹੋਇਆ 26 ਨੂੰ 29 ਨੂੰ ਜੋ ਚੱਲਦਾ ਵੀ ਹੈ, ਅਸੀਂ ਵੀ ਇੱਕ ਕੰਪਲੀਟ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਰਦੇ ਹਾਂ। ਸੁਪਰੀਮ ਕੋਰਟ ਦਾ ਜੱਜ ਹੋਵੇ, ਰਿਟਾਇਰਡ ਹਾਈ ਕੋਰਟ ਦਾ ਜੱਜ ਹੋਵੇ, ਤਾਂ ਕਿ ਸਾਰੀ ਇੱਕ ਵਾਰ ਨੰਗਾ ਤਾਂ ਹੋਵੇ ਕਿਉਂ ਹੋ ਰਿਹਾ ਸਾਰਾ ਕੁਝ, ਕਿਉਂ ਕੌਂਸਲ 26 ਨੂੰ ਐਡੀ ਵੱਡੀ ਐਚ ਕਈ ਐਡੇ ਵੱਡੇ ਪੀਸਫੁਲ ਐਜੀਟੇਸ਼ਨ ਨੂੰ ਜਿਹੜਾ ਵਰਲਡ ਲੈਵਲ ਦਾ ਮੋਰਚਾ ਹੈ ਉਸ ਨੂੰ ਸਾਬੋਤਾਜ ਫੋਇਲ ਕਰਨ ਲਈ ਇਹ ਕੌਂਸਪੀਰੇਸੀ ਪਿੱਛੇ ਹੈ ਕੀ ਸੀ। ਇਹ ਬਿਲਕੁਲ ਅਨਰੇਬਲ ਨੰਗੀ ਹੋਣੀ ਚਾਹੀਦੀ ਹੈ, ਸਾਡੀ ਪ੍ਰੋਮੀਨੈਂਟ ਡਿਮਾਂਡ ਹੈ ਇੱਥੇ। ਸਾਥੀ ਇੰਦਰਜੀਤ ਸਾਡੇ ਹਰਿਆਣੇ ਦੇ ਕੁਝ ਮੁੱਦੇ ਨੇ ਉਹ ਰੱਖਣਗੇ। ये 100 days of successful resistance of the state repression we are facing from the day one itself, और इस आंदोलन के ऐतिहासिक आंदोलन को दुनिया और देश के सामने लाने में हमारा होस्टाइल मीडिया रहने के बावजूद भी आप लोगों के मीडिया ने जितनी मदद की है उसके लिए हम वास्तव में आप सभी के शुक्रगुजार हैं। और उससे बहुत ज़्यादा मदद मिली है उसको, जो जितना जेन्युइन वो एजिटेशन है उसमें। तो दूसरा ये है कि साथी ने भी बताया जिस तरह से हमें तो पहले दिन से ही जब यहाँ से मूव करना शुरू किया दिल्ली की तरफ, पहले दिन से ही हरियाणा गवर्नमेंट ने शुरू कर दिया था। ये पहली बार सुनने को मिला होगा कि सड़कें खोदने का काम सरकारें कर रही हैं, बनाने का तो पहले कर देती थी। अभी एक ऑफिसर मेरे को मिला, मैंने कहा यार ये टूटी पड़ी है बनाते क्यों नहीं, बोले बनाने के बाद खोदने में दिक्कत आती है इसलिए नहीं बना रहे। तो मैंने कहा ये ठीक है। तो उसी दिन से ये शुरू हो गया और इसीलिए बीच में 24 तारीख की भी बात की। अभी 6 तारीख को भी ये काला दिवस है। On all the house tops will be hoisting the black flag tomorrow और black badges लगाएंगे 6 तारीख को। इसी तरह क्योंकि महिलाएं बहुत बड़ी संख्या में, महिलाओं की जो प्रेजेंस आंदोलन में उसने भी इसको ऐतिहासिक बनाया है आंदोलन को। ऐसा पहले कभी भी नहीं देखने को मिला और वो दर्शक और पार्टिसिपेंट नहीं है बल्कि एक एक्टर की तरह से किरदार के रूप में महिलाएं उसके अंदर शिरकत कर रही हैं। तो 8 मार्च को भी इसी तरीके से अंतर्राष्ट्रीय महिला दिवस के ऊपर वो खुद ही स्टेजेस को चलाएंगी, खुद ही प्रिजाइड ओवर करेंगी हर जगह के ऊपर, सभी मोर्चों पे ये निर्णय एसकेएम का है। तो तीसरी बात हम ये कहना चाहते हैं कि सभी को टारगेट कर रहे हैं। इतना बड़ा स्टेट का जो होस्टाइल है उनके अंदर
घटना 26 की है, अरेस्ट कर रहे 27 और 28 को इनडिस्क्रिमिनेटली। एक कितने घूम रहा, दूसरा तीजा कितने घूम रहा, ठाठा के जीप में उठाए और बंद कर दिए। प्रैक्टिकली ऑल दीज आर एबडक्शंस बाय द पुलिस। और इसीलिए कोई 307 लगी हुई है धारा, कोई उसके अंदर जस्टिफाई नहीं होता वो सेक्शन का लगाना। इसलिए भी वो लखनऊ इतना सीरियस था कि वकील साहिबान ने हमारे, हम इनके भी धन्यवादी हैं, और दिल्ली में भी जो आने में जो सफल हो पाए जिस तरीके से। इसी प्रकार से जो 3 केस और आए हैं, शिव कुमार का है, नवदीप कौर का है और मनदीप पूनिया का है। तीनों ही केसेस बहुत ही जघन्य उस तरीके से बनाए गए थे, और जुडिशरी ने, हाईकोर्ट ने बहुत सीरियस उसके अंदर डिस्क्रिपेंसीज मिली। लेकिन सवाल इतना भर नहीं है कि वो डिस्क्रिपेंसी क्यों थी, सवाल ये भी है कि जितना भुगतना पड़ा उसके लिए, मतलब जो पुलिस इलीगल कस्टडी का टॉर्चर है, तो क्यों नहीं जो पुलिस ऑफिशियल्स हैं उनको प्रोसिक्यूट किया जाए उस मामले के अंदर। उसके अलावा व्हीकल्स, हमारे ट्रैक्टर खड़े हैं थानों में, अभी तक बहुत सारे तोड़ भी रखे, उनमें से उनकी सुपुर्ददारी दिए जाने की जरूरत है। समन भेज रहे हैं कि तुम्हारी व्हीकल, तुम्हारा ट्रैक्टर इतने तारीख को दिल्ली था, आप थाने में आके जवाब दो दिल्ली में क्यों था ट्रैक्टर। मतलब ये हालत है, रिडिकुलस इतना वो कर रहे हैं। तो फिर ये जो टारगेटेड वाली मैं बात कर रहा था, उस जैसे बेटी वाली जिनको पकड़ा था, इसी तरीके से हमारे एमएलए हैं हरियाणा के, इंडिपेंडेंट एमएलए हैं बलराज कुंडू साहब, उनके बिजनेस एस्टेब्लिशमेंट्स पे ईडी के छापे चल रहे हैं पिछले 3-4 दिन से, और पता नहीं उनको यहाँ भी आने देंगे कि नहीं। आज बजट सेशन भी है हरियाणा का। हम निंदा करते हैं इस तरीके से, जो क्योंकि उन्होंने समर्थन बीजेपी सरकार से वापस ले लिया था, और अब वो एक्टिवली सपोर्ट कर रहे थे किसान आंदोलन की। तो एक एक करके मीडिया के लोगों को भी वो इसी तरीके से कर रहे हैं, जो दिल्ली के मीडिया के साथ भी, न्यूज़ क्लिक पे साथ भी किया, दूसरे बहुत सारे सीनियर जर्नलिस्ट के ऊपर मुकदमे इस तरीके से बनाना। सुप्रीम कोर्ट से रिलीफ नहीं मिलता तो वो भी शायद जेल के अंदर ही बिहाइंड द बार्स होते। तो ये जो एक सिचुएशन है, इसमें ऐसा हम तो यही कहना चाहते हैं कि भाई अगर गवर्नमेंट ये सोचती है, चाहे वो हरियाणा की हो चाहे दिल्ली केंद्र सरकार की, अगर वो ये सोचती है कि इस तरीके की थ्रेट्स एंड इंटिमिडेशन वर्क करेंगे, तो ये बहुत बड़ी भूल है उनकी। और हम तो जितने भी आगू बैठे हैं, वैसे तो किसान आंदोलन के आगू हैं, ये तो हमारी एडिशनल ड्यूटी भी लगा रखी है कि भाई आप इसको देख लीजिए। तो हम बहुत शुक्रगुजार हैं वकील साहिबान के भी, जिन्होंने बहुत ही मेहनत करके, एसजीपीसी के भी वहाँ से जो बैठ के साथी रामेंद्र ने उनके बारे में रखा है। तो आप आगे भी हम ये बिल्कुल अपना डिटर्मिनेशन जो है वो एक्सप्रेस कर रहे हैं एक बार फिर से, कि इसके बावजूद भी नथिंग कैन स्टॉप दिस हिस्टोरिकल मूवमेंट टू मूव फॉरवर्ड, एंड वी विल डेफिनेटली विन द थिंग्स, बिकॉज देयर वर्ल्ड स्पोर्ट इज नाउ बीइंग कमिंग इन सपोर्ट ऑफ। देश में स्प्रेड हो रहा है जगह जगह, और हमारे तो लीडरशिप की टीम्स भी जहाँ इलेक्शन हो रहे हैं, एसकेएम की सीनियर टीम्स वहाँ पे जा रही हैं। तो इसलिए हम एक बार फिर से आप लोगों का धन्यवाद करते हुए मैं अपनी बात खत्म करता हूँ। क्वेश्चन थोड़ा ਜਿਹਾ 2 ਮਿੰਟ ਬਾਅਦ ਲਵਾਂਗੇ। ਸਾਥੀ ਕਰਨਜੀਤ ਸਿੰਘ ਸੇਖੋਂ ਸਾਡੇ ਲੀਗਲ ਪੈਨ ਦੇ ਮੈਂਬਰ ਹੈ, ਉਹ ਐਡ ਕਰਨਗੇ ਕੁਝ। ਪੱਤਰਕਾਰ ਸਾਥੀਓ, ਜਿਸ ਤਰ੍ਹਾਂ ਆਪਾਂ ਨੂੰ ਸਭ ਨੂੰ ਹੀ ਪਤਾ ਹੈ ਵੀ ਇਹ ਅੰਦੋਲਨ ਜਿਹੜਾ ਹੈਗਾ, ਜਦੋਂ ਇਹ 3 ਕਾਲੇ ਕਾਨੂੰਨ ਆਰਡੀਨੈਂਸ ਦੇ ਰੂਪ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਲੈ ਕੇ ਆਏ, ਉਸ ਸਮੇਂ ਤੋਂ ਹੀ ਇਹ ਲਗਾਤਾਰ ਜਾਰੀ ਆ। ਪਹਿਲਾਂ ਪੰਜਾਬ ਦੇ ਵਿੱਚ ਇਹ ਵੱਖ-ਵੱਖ ਰੂਪਾਂ ਦੇ ਵਿੱਚ ਇਹ ਅੰਦੋਲਨ ਦੀ ਜਿਹੜੀ ਸ਼ੁਰੂਆਤ ਹੈ ਪੰਜਾਬ ਤੋਂ ਕੀਤੀ ਗਈ, ਔਰ ਉਸ ਤੋਂ ਬਾਅਦ ਲਗਾਤਾਰ ਇਹ ਅੰਦੋਲਨ ਤਕਰੀਬਨ 100 ਦਿਨ ਹੋ ਜਾਣੇ ਆ। ਇਹ ਸਿੰਘੂ ਬਾਰਡਰ, ਟੀਕਰੀ ਬਾਰਡਰ, ਗਾਜ਼ੀਪੁਰ ਬਾਰਡਰ, ਸ਼ਾਹਜਹਾਂਪੁਰ ਬਾਰਡਰ, ਜਿਹੜੇ ਵੀ ਦਿੱਲੀ ਦੇ ਨਾਲ ਮੇਨ ਕਨੈਕਟ ਕਰਦੇ ਆ, ਉਹਨਾਂ ਸਾਰੇ ਬਾਰਡਰਾਂ ਦੇ ਉੱਤੇ ਜਾਰੀ ਆ। ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਇਹ 3 ਜਿਹੜੇ ਕਾਲੇ ਕਾਨੂੰਨ ਬਣਾਏ ਗਏ ਆ, ਇਹਨਾਂ ਨੂੰ ਕਾਲੇ ਕਾਨੂੰਨ ਇਸ ਲਈ ਕਿਹਾ ਜਾ ਰਿਹਾ, ਇਹ ਸੰਵਿਧਾਨ ਦੀ ਟੋਟਲ ਜੋ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਹੈਗਾ, ਇਹ ਉਹਦੀ ਟੋਟਲ ਵਾਇਲੇਸ਼ਨ 'ਚ ਬਣਾਏ ਗਏ ਆ। ਕਿਉਂਕਿ ਸਪੈਸੀਫਿਕਲੀ ਸਟੇਟ ਦਾ ਤੇ ਸੈਂਟਰ ਦਾ ਜਿਹੜੀਆਂ ਪਾਵਰਸ ਹੈਗੀਆਂ,
ਕਾਨੂੰਨ ਬਣਾਉਣ ਦੇ ਉੱਤੇ ਇਹ ਡਿਵਾਈਡਡ ਤੇ ਇਹਨਾਂ ਦੀ ਬਾਈਫਰਕੇਸ਼ਨ ਕੀਤੀ ਹੋਈ ਹੈ। ਔਰ ਐਗਰੀਕਲਚਰ ਆ ਜਿਹੜਾ ਇਹ ਸਬਜੈਕਟ ਜਿਹੜਾ ਹੈਗਾ ਇਹ ਆਈਟਮ ਨੰਬਰ 14 ਹੈ ਉਹਦੇ ਵਿੱਚ ਫਾਲ ਕਰਦਾ। ਔਰ ਆਈਟਮ ਨੰਬਰ 14 ਸਪੈਸੀਫਿਕਲੀ ਇਹਦੇ ਉੱਤੇ ਸਟੇਟ ਲੈਜਿਸਲੇਚਰਸ ਹੀ ਲਾਅ ਬਣਾ ਸਕਦੀਆਂ ਨੇ ਔਰ ਸੈਂਟਰ ਆ ਜਿਹੜੀ ਤੇ ਪਾਰਲੀਮੈਂਟ ਹੈ ਉਹ ਕਦੇ ਵੀ ਐਗਰੀਕਲਚਰ ਦੇ ਅਕੋਰਡਿੰਗ ਟੂ ਕਨਸਟੀਟਿਊਸ਼ਨ ਲਾਅ ਨਹੀਂ ਬਣਾ ਸਕਦੇ। ਇਸੇ ਤਰ੍ਹਾਂ ਆਈਟਮ ਨੰਬਰ 26 ਹੈ ਜਿਹਦੇ ਵਿੱਚ ਸਪੈਸੀਫਿਕਲੀ ਮੈਂਸ਼ਨ ਹੈ ਫੇਅਰ ਐਂਡ ਮਾਰਕੀਟਸ ਔਰ ਫੇਅਰ ਐਂਡ ਮਾਰਕੀਟਸ ਦੇ ਉੱਤੇ ਜੇ ਕੋਈ ਟ੍ਰੇਡ ਐਂਡ ਕਮਰਸ ਫੇਅਰ ਐਂਡ ਮਾਰਕੀਟਸ ਨੇ ਜਿਹੜੇ ਉਹਦੇ ਉੱਤੇ ਸਿਰਫ ਜਿਹੜੀ ਹੈ ਸਟੇਟ ਹੀ ਕਾਨੂੰਨ ਬਣਾ ਸਕਦੀ ਆ। ਪਰ ਕਿਉਂਕਿ ਇਹਨਾਂ ਨੇ ਕਿਹਾ ਵੀ ਕਨਕਰੈਂਟ ਲਿਸਟ ਜਿਹੜੀ ਹੈ ਔਰ ਕਨਕਰੈਂਟ ਲਿਸਟ ਦਾ ਆਈਟਮ ਨੰਬਰ 33 ਆ ਉਹਦੇ ਤਹਿਤ ਅਸੀਂ ਇਹ ਪਾਰਲੀਮੈਂਟ ਆਥੋਰਾਈਜ਼ ਹੈ। ਪਾਰਲੀਮੈਂਟ ਨੇ ਇਹ ਤਿੰਨੋਂ ਲਾਜ਼ ਦੇ ਵਿੱਚ ਮੋਡੀਫਿਕੇਸ਼ਨ ਤੇ ਨਵੇਂ ਲਾਜ਼ ਬਣਾਏ ਆ ਤੇ ਇਸ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਦੋਂ ਕਿ ਆਈਟਮ ਨੰਬਰ 33 ਦੇ ਵਿੱਚ ਕਲੀਅਰ ਕੱਟ ਟ੍ਰੇਡ ਐਂਡ ਕਮਰਸ ਹੈ ਔਰ ਉਸ ਦੇ ਵਿੱਚ ਕਿਤੇ ਵੀ ਮਾਰਕੀਟ ਅਤੇ ਫੇਅਰ ਮੈਂਸ਼ਨ ਨਹੀਂ ਹੈ, ਟ੍ਰੇਡ ਐਂਡ ਕਮਰਸ ਹੈ। ਔਰ ਜੇ ਪਾਰਲੀਮੈਂਟ ਔਰ ਸੈਂਟਰਲ ਗਵਰਨਮੈਂਟ ਕੋਈ ਲਾਅ ਮਤਲਬ ਆਈਟਮ ਨੰਬਰ 33 ਜੋ ਕਨਕਰੈਂਟ ਲਿਸਟ ਦੀ ਆਈਟਮ ਨੰਬਰ 33 ਆ ਉਹਦੇ ਉੱਤੇ ਕੋਈ ਲਾਅ ਬਣਾਉਣਾ ਚਾਹੁੰਦੀ ਆ ਤਾਂ ਉਹਨਾਂ ਨੂੰ ਟ੍ਰੇਡ ਐਂਡ ਕਮਰਸ ਦੇ ਉੱਤੇ ਲਾਅ ਬਣਾਉਣ ਦਾ ਹੀ ਕਨਸਟੀਟਿਊਸ਼ਨ ਆਥੋਰਾਈਜ਼ ਕਰਦਾ ਹੈ। ਐਗਰੀਕਲਚਰ ਦੇ ਉੱਤੇ, ਮਾਰਕੀਟ ਦੇ ਉੱਤੇ, ਫੇਅਰ ਦੇ ਉੱਤੇ ਬਿਲਕੁਲ ਵੀ ਕੋਈ ਲਾਅ ਬਣਾਉਣ ਦੀ ਕਨਸਟੀਟਿਊਸ਼ਨ ਜਿਹੜਾ ਹੈਗਾ ਉਹ ਸੈਂਟਰਲ ਗਵਰਨਮੈਂਟ ਨੂੰ ਤੇ ਪਾਰਲੀਮੈਂਟ ਨੂੰ ਆਥੋਰਾਈਜ਼ ਨਹੀਂ ਕਰਦਾ।